जिवें तुहाडी इच्छा। मुनीम जी, दुल्ले खान 6 रुपया दे के ते कागज ते अंगूठा। बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। व्यूअर्स, अज असी तुहाडे नाल एक बहुत अच्छा और सच्चा वाकया शेयर करांगे। ਉਹਦੇ ਤੋਂ ਤੁਸੀਂ बहुत ज़्यादा सबक हासिल कर सकते हो, सबक अमोज वाकया ਜਿਹਦਾ ਤੁਸੀਂ सुन के हैरान रह जाओगे। और वो वाकया हीरा मंडी लाहौर की एक कंजरी आ ਜਿਹਦਾ नाम बहारो बेगम हुंदा। ਉਹਦੇ मुतालिक ਤੁਹਾਨੂੰ ਅੱਜ तफसील ਨਾਲ ਦੱਸਾਂਗੇ। ਤੁਸੀਂ सुनो उस वाकये ਨੂੰ और ਉਹ ਤੋਂ सबक हासिल करो। ਤੇ ਉਮੀਦ ਆ ਤੁਸੀਂ ਗੌਰ ਨਾਲ ਸੁਣੋਗੇ। ਲਓ ਜੀ, ਅਗਰ ਚੈਨਲ ਤੇ ਨਵੇਂ ਆ ਤੇ ਮਿਹਰਬਾਨੀ ਕਰ ਦਿਆ ਕਰੋ ਨਾ ਯਾਰ, ਇਹਨੂੰ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ, ਨਾਲ ਸ਼ੇਅਰ ਵੀ ਕਰ ਦਿਆ ਕਰੋ। ਬੜੀ ਮਿਹਰਬਾਨੀ, ਕਿਉਂਕਿ ਤੁਹਾਡੀ ਸਪੋਰਟ ਜ਼ਰੂਰੀ ਆ। ਤੁਹਾਡੀ ਸਪੋਰਟ ਤੋਂ ਬਗੈਰ ਬੰਦਾ ਕਾਮਯਾਬ ਨਹੀਂ ਹੋ ਸਕਦਾ। ਮਿਹਰਬਾਨੀ, ਜ਼ਰਾ ਤੁਸੀਂ ਗੁੱਠੇ ਦਾ ਬਟਨ ਦਬਾਣਾ, अंगूठा दबाना कोई फर्क नहीं पैंदा। बड़ी मेहरबानी, शुक्रिया, अल्लाह खुश रखे जी। ते वो वाकया इस तरह कि एक कंजरी आ हीरा मंडी लाहौर दी, उहदा नाम हुंदा बहारो मशीन, उहदा नाम रखिया हुंदा। बहारो मशीन इस वास्ते उहदा नाम रखिया गया सी कि वो पुराने दौर दे विच वो चेंजर नहीं सी हुंदी जिहड़े वो तवे ते चलदे हुंदे सी, चेंजर ते गाने लगदे हुंदे सी ਤੇ ਉਹ ਤਵੇ ਤੇ ਉਹ ਮਸ਼ੀਨ ਦੀ ਵਜ੍ਹਾ ਨਾਲ ਉਹਨੂੰ ਮਸ਼ੀਨ ਕਹਿੰਦੇ ਸੀ ਨਾ। ਤੇ ਇਸ ਇਹਦਾ ਨਾਮ ਸੀ ਬਹਾਰੋ ਬੇਗਮ। ਤੇ ਫਿਰ ਇਹ ਨਾਲ ਉਹ ਰੱਖਤਾ ਬਹਾਰੋ ਮਸ਼ੀਨ, ਤੇ ਇਸ ਵਜ੍ਹਾ ਤੋਂ ਉਹਦਾ ਨਾਮ ਇਹ ਪੈ ਗਿਆ। ਇਹ ਬਹਾਰੋ ਕੰਜਰੀ ਜਿਹੜੀ ਸੀ, ਇਹ ਉੱਥੇ ਲਾਹੌਰ ਹੀਰਾ ਮੰਡੀ 'ਚ ਕੰਮ ਕਰਦੀ ਸੀ। ਇਸ ਵਾਸਤੇ ਇਹਨੂੰ ਬਹਾਰੋ ਕੰਜਰੀ ਜਾਂ ਬਹਾਰੋ ਮਸ਼ੀਨ ਦੇ ਨਾਂ ਤੋਂ ਮਸ਼ਹੂਰ ਸੀ। ਇਹ ਲਾਹੌਰ ਅੱਜ ਕੱਲ੍ਹ ਜਿਹੜਾ ਠੋਕਰ ਨਿਆਜ਼ ਬੇਗ ਆ, ਪਹਿਲਾਂ ਇਹ ਇਕੱਲਾ ਹੀ ਪਿੰਡ ਨਿਆਜ਼ ਹੁੰਦਾ ਸੀ, ਨਿਆਜ਼ ਬੇਗ, ਤੇ ਉੱਥੇ ਦੀ ਰਹਿਣ ਵਾਲੀ ਸੀ। ਜਿਸ ਵੇਲੇ ਇਹ ਜਵਾਨ ਹੋਈ ਤੇ ਇਹਨੇ ਫਿਰ ਹੀਰਾ ਮੰਡੀ ਦਾ ਰੁੱਖ ਤਿਆਰ ਕਰ ਲਿਆ। ਲਾਹੌਰ ਹੀਰਾ ਮੰਡੀ 'ਚ ਆ ਕੇ ਉੱਥੇ ਫਿਰ ਇਹਨੇ ਗਾਣੇ ਸ਼ੁਰੂ ਕਰਤੇ, ਡਾਂਸ ਵਗੈਰਾ ਸ਼ੁਰੂ ਕਰਤਾ, ਆਪਣੀ ਕਮਾਈ ਦਾ ਜ਼ਰੀਆ ਬਣਾ ਲਿਆ। ਉਹ ਉਦੋਂ ਇਸ ਵੇਲੇ ਜਿਹੜਾ ਦੌਰ ਸੀ ਨਾ, ਉਸ ਵੇਲੇ ਜਿਹੜੇ ਅਮੀਰ ਲੋਕ ਹੁੰਦੇ ਸੀ ਉਹ ਸਿਰਫ ਦਿਲ ਪਸ਼ੌਰੀ ਕਰਨ ਵਾਸਤੇ, ਯਾਨੀ ਕੋਠਿਆਂ ਤੇ ਜਾਂਦੇ ਹੁੰਦੇ ਸੀ, ਜਾ ਕੇ ਸਿਰਫ ਡਾਂਸ ਵਗੈਰਾ ਵੇਖਣਾ, ਵੇਖ ਕੇ ਦਿਲ ਪਸ਼ੌਰੀ ਕਰਕੇ ਵਾਪਸ ਆ ਜਾਣਾ। ਲੇਕਿਨ ਆ ਜਿਹੜਾ ਅੱਜ ਕੱਲ੍ਹ ਹੀਰਾ ਮੰਡੀ 'ਚ ਕੰਮ ਹੋ ਰਿਹਾ ਨਾ, 2 ਨੰਬਰ ਧੰਦਾ, ਇਹ ਨਹੀਂ ਸੀ ਉਦੋਂ ਹੁੰਦਾ। ਉਦੋਂ ਇਹਨਾਂ ਕੰਮਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ। ਯਕੀਨ ਕਰੋ, ਬਜ਼ੁਰਗ ਦੱਸਦੇ ਨੇ, ਸਾਡੇ ਦਾਦੇ ਹੋਣੀ ਦੱਸਦੇ ਸੀ ਵੀ ਜਦੋਂ ਅਸੀਂ ਬੜੇ ਸੀ ਨਾ, ਤੇ ਯਕੀਨ ਕਰੋ ਅਸੀਂ ਕੁੜੀਆਂ ਤੇ ਮੁੰਡੇ ਨੰਗੇ ਹੀ ਫਿਰਦੇ ਰਹਿੰਦੇ ਹੁੰਦੇ ਸੀ। ਐਡੇ ਬੜੇ ਹੋ ਜਾਣਾ ਤੇ ਨੰਗੇ ਹੀ ਫਿਰਦੇ ਰਹਿਣਾ, ਖੇਡਦੇ ਰਹਿਣਾ। ਉਦੋਂ ਇਹਨਾਂ ਚੀਜ਼ਾਂ ਦੇ ਬਾਰੇ 'ਚ ਬੰਦੇ ਦਾ ਖਿਆਲ ਹੀ ਨਹੀਂ ਸੀ ਜਾਂਦਾ। ਉਹ ਇਸ ਤਰ੍ਹਾਂ ਦਾ ਦੌਰ ਸੀ। ਤੇ ਹੁਣ ਤਾਂ ਬਾਈ ਜੰਮਦੇ ਨਿਆਣੇ ਤੇਜ਼ ਨੇ, ਤੇ ਉਦੋਂ ਬਗੈਰ ਕੱਪੜਿਆਂ ਤੋਂ ਬਸ ਇੱਕ ਕੱਛਾ ਪਾ ਲੈਣਾ, ਕਮੀਜ਼ ਪਾਈ ਹੋਣੀ, ਜੇ ਕਮੀਜ਼ ਹੋਣੀ ਕੱਛਾ ਨਹੀਂ ਹੋਣਾ, ਕੱਛਾ ਹੈਗਾ ਕਮੀਜ਼ ਨਹੀਂ ਹੋਣੀ, ਇਸ ਤਰ੍ਹਾਂ ਫਿਰਦੇ ਰਹਿਣਾ ਭਾਈ। ਉਹ ਦੌਰ ਸੀ। ਇਹ ਬਹਾਰੋ ਬੇਗਮ ਉਹ ਨਿਆਜ਼ ਬੇਗ ਪਿੰਡ ਦੇ ਵਿੱਚ ਪੈਦਾ ਹੋਏ। ਫਿਰ ਇਹ ਉੱਥੇ ਆ ਗਈ ਹੀਰਾ ਮੰਡੀ ਦੇ ਵਿੱਚ ਆ ਕੇ, ਫਿਰ ਉੱਥੇ ਇਹਨੇ ਉਹ ਚਲਾਉਣਾ ਸ਼ੁਰੂ ਕਰਤਾ ਕੋਠਾ, ਉੱਥੇ ਗਾਣੇ, ਤੇ ਫਿਰ ਉਹਨੇ ਲੋਕਾਂ ਨੂੰ ਡਾਂਸ ਦਿਖਾਣਾ, ਤੇ ਜਿਹਦੀ ਵਜ੍ਹਾ ਨਾਲ ਫਿਰ ਉਹ ਜਿਹੜੇ ਅਮੀਰ ਲੋਕ ਹੁੰਦੇ ਸੀ ਆ ਕੇ ਇਹਨੂੰ ਪੈਸੇ ਪੂਸੇ ਦੇ ਜਾਂਦੇ ਹੁੰਦੇ ਸੀ। ਕਾਫੀ ਫਿਰ ਇਹਦਾ ਯਾਨੀ ਬਣ ਗਿਆ ਸੀ ਟੌਰ ਟੱਪਾ। ਫਿਰ ਜਿਸ ਵੇਲੇ ਪਿੰਡ ਦੇ ਵਿੱਚ ਜਾਂਦੀ ਹੁੰਦੀ ਸੀ ਤੇ ਪਿੰਡ ਦੇ ਲੋਕ ਫਿਰ ਜਦੋਂ ਇਹਨੇ ਜਾਣਾ ਤੇ ਜਾ ਕੇ ਨਾ ਬਹਿਣਾ, ਤੇ ਲੋਕਾਂ ਨੇ ਰੰਗੀਨ ਮੰਜੇ ਲੈ ਕੇ ਆਉਣੇ, ਕਿਸੇ ਨੇ ਕੁਰਸੀਆਂ, ਯਾਨੀ ਦੀ ਆਓ ਭਗਤ ਸੇਵਾ ਚੰਗੀ ਕਰਨੀ। ਤੇ ਜਿਸ ਉਹ ਇਸ ਵਾਸਤੇ ਕਰਦੇ ਸੀ ਕਿ ਇਹ ਜਿੰਨੇ ਵੀ ਉੱਥੋਂ ਪੈਸੇ ਕਮਾਉਂਦੀ ਸੀ ਨਾ, ਸਾਰੇ ਜਾ ਕੇ ਪਿੰਡ ਦੇ ਵਿੱਚ ਖਰਚ ਕਰ ਦਿੰਦੀ ਸੀ। ਜਿਹੜਾ ਗਰੀਬ ਸੀ, ਜਿਹਦੇ ਕੋਲ ਕੱਪੜਾ ਨਹੀਂ ਸੀ, ਉਹਨੂੰ ਕੱਪੜਾ ਲੈ ਦੇਣਾ। ਜਿਹਦੀ ਲੜਕੀ ਬੈਠੀ ਆ, ਕੋਈ ਸ਼ਾਦੀ ਦਾ ਕੋਈ ਬੰਦੋਬਸਤ ਨਹੀਂ ਹੋ ਰਿਹਾ, ਉਹ ਲੜਕੀ ਦੀ ਸ਼ਾਦੀ ਕਰ ਦੇਣੀ, ਕਿਸੇ ਨੂੰ ਜਹੇਜ਼ ਦੇ ਦੇਣਾ। ਇਸ ਤਰ੍ਹਾਂ ਯਾਨੀ ਬਹੁਤ ਅੱਛੇ ਕੰਮ ਕਰਦੀ ਹੁੰਦੀ ਸੀ, ਜਿਹਦੀ ਵਜ੍ਹਾ ਨਾਲ ਲੋਕ ਜਿਹੜੇ ਪਿੰਡ ਵਾਲੇ ਸੀ ਨਾ ਬਹੁਤ ਇਹਦੀ ਇੱਜ਼ਤ ਕਰਦੇ ਹੁੰਦੇ ਸੀ। ਉੱਥੇ ਫਿਰ ਇੱਕ ਦਿਨ ਇਹ ਜਾਂਦੀ ਪਿੰਡ ਦੇ ਵਿੱਚ ਤੇ ਇੱਕ ਬੱਚੇ ਖੇਡਦੇ ਹੁੰਦੇ ਆ। ਇੱਕ ਬੱਚਾ ਬਿਲਕੁਲ ਇਸ ਤਰ੍ਹਾਂ ਉਹਦੀ ਬਾਂਹ ਵੀ ਅੱਧੀ ਲਟਕੀ ਆ, ਫਟੀ ਹੋਈ ਆ, ਤੇ ਬਸ ਕਮੀਜ਼ ਕੱਲੀ ਪਾਈ ਆ। ਤੇ ਉਹ ਪੁੱਛਦੀ ਆ ਬਹਾਰੋ ਬੇਗਮ ਵੀ ਕੌਣ ਆ?
ਕਿਹਦਾ ਬੱਚਾ ਆ? ਉਹ ਪਿੰਡ ਵਾਲੇ ਫਿਰ ਦੱਸਦੇ ਨੇ ਜੀ ਇਹਦਾ ਫੰਮਾ ਆ, ਫੰਮਾ ਚਾਚਾ ਜੀ ਉਹਨਾਂ ਦਾ ਬੇਟਾ ਜੀ। ਤੇ ਉਹ ਫੰਮੇ ਨੂੰ ਫਿਰ ਪੁੱਛਦੀ ਆ ਫੰਮਾ ਇਹਨੂੰ ਕਿ ਇਹ ਬੱਚੇ ਨੂੰ ਜਿਹੜਾ ਮੈਂ ਫਿਰ ਲੈ ਜਾਵਾਂ ਆਪਣੇ ਕੋਲ ਉੱਥੇ ਲਾਹੌਰ ਕੋਠੇ ਤੇ ਲਿਜਾ ਕੇ ਇਹਨੂੰ ਮੈਂ ਪੜ੍ਹਾਉਂਦੀ ਲਿਖਾਉਂਦੀ ਆ, ਤੇ ਤੁਸੀਂ ਇਜਾਜ਼ਤ ਦਿਓ। ਉਹਨੇ ਕਿਹਾ ਜੀ ਇਹ ਬੱਚਾ ਯਤੀਮ ਆ, ਇਹਦੀ ਅੰਮੀ ਨੂੰ ਪੁੱਛਣਾ ਪਏਗਾ। ਤੇ ਉਹ ਫਿਰ ਸ਼ਾਮ ਨੂੰ ਉਹਦੀ ਰੋਟੀ ਛੋਟੀ ਵੀ ਕਰਦੇ ਆ, ਜਾਂ ਜੋ ਵੀ ਚੰਗੀ ਮਾੜੀ ਉਦੋਂ ਰੋਟੀ ਐਵੇਂ ਦੀ ਹੁੰਦੀ ਸੀ ਨਾ, ਤੁਹਾਨੂੰ ਪਤਾ ਇਹ ਸਾਗ ਨਾਲ ਰੋਟੀ ਦੇ ਦੇਣੀ ਜਾਂ ਇਹ ਉਹ ਇਸ ਤਰ੍ਹਾਂ ਲੱਸੀ ਪਿਆਜ਼ ਨਾਲ ਖਾ ਲੈਂਦੇ ਸੀ ਰੋਟੀ। ਇਸ ਤਰ੍ਹਾਂ ਕੋਈ ਮਾਹੌਲ ਨਹੀਂ ਸੀ ਹੁੰਦਾ ਜਿਵੇਂ ਅੱਜ ਜੀ ਅੱਜ ਦਾਵਤ ਕੀਤੀ ਹੈ ਜੀ ਬੜਾ ਕੁਝ ਚੱਲੇਗਾ ਇੱਥੇ, ਤੇ ਉਹ ਚੀਜ਼ਾਂ ਨਹੀਂ ਸੀ ਹੈਗੀਆਂ। ਉਹ ਸਾਦਾ ਜੀ ਜ਼ਿੰਦਗੀ ਸੀ। ਉਹਦੀ ਰੋਟੀ ਛੋਟੀ ਕੀਤੀ, ਦਾਵਤ ਕੀਤੀ, ਤੇ ਉਹਨੇ ਫਿਰ ਉਥੋਂ ਉਹਨੂੰ ਇਜਾਜ਼ਤ ਲੈ ਕੇ ਨਾ ਉਹ ਲੜਕੇ ਨੂੰ ਲਾਹੌਰ ਲੈ ਆਂਦਾ। ਉਹ ਲੜਕੇ ਨੇ ਫਿਰ ਨਾ ਜਿਸ ਵੇਲੇ ਲਾਹੌਰ ਲੈ ਆਂਦਾ ਉਹ ਪੜ੍ਹਿਆ ਲਿਖਿਆ ਬੜਾ ਹੋਇਆ, ਤੇ ਉਹਦਾ ਨਾਂ ਫਿਰ ਸਿੱਕੇਦਾਰ ਰੱਖਿਆ ਗਿਆ। ਉਹ ਲੜਕਾ ਜਿਹੜਾ ਸੀ ਨਾ ਉਹਨੇ ਫਿਰ ਬੜਾ ਹੋ ਕੇ ਬਾਹਰੋਂ ਮਸ਼ੀਨ ਤਾਂ ਫਿਰ ਫੌਤ ਹੋ ਗਈ, ਬੜਾ ਹੋ ਕੇ ਫਿਰ ਉਹਨੇ ਐਸੀਆਂ ਫਿਲਮਾਂ ਦੀਆਂ ਸਟੋਰੀਆਂ ਲਿਖੀਆਂ। ਜਬਰੂ ਫਿਲਮ ਉਹਨੇ ਲਿਖੀ, ਦੂਸਰੀ ਮਲੰਗੀ ਲਿਖੀ, ਹੋਰ ਇਸ ਤਰ੍ਹਾਂ ਦੀਆਂ ਫਿਲਮਾਂ ਦੀਆਂ ਸਟੋਰੀਆਂ ਉਹਨੇ ਲਿਖੀਆਂ। ਉਹਨੂੰ ਸਿੱਕੇਦਾਰ ਦੇ ਨਾਮ ਤੋਂ ਹੀ ਮਸ਼ਹੂਰ ਹੋ ਗਈਆਂ। ਜਿਹੜੇ ਰਾਈਟਰ ਨੇ ਵੀ ਉਹਨੂੰ ਕਹਿਣਾ ਹਾਂ ਬਈ ਸਿੱਕਾ ਬੰਦ ਦੇ, ਉਹ ਇਸ ਵਾਸਤੇ ਫਿਰ ਸਿੱਕੇਦਾਰ ਦੇ ਨਾਮ ਤੇ ਮਸ਼ਹੂਰ ਹੋ ਗਿਆ। ਤੇ ਉਸ ਬੰਦੇ ਨੇ ਫਿਰ ਕਿਰਦਾਰ ਵੀ ਫਿਲਮਾਂ ਦੇ ਵਿੱਚ ਡਾਇਲਾਗ ਐਸੇ ਬੋਲੇ ਨੇ ਜਿਵੇਂ ਆ ਹਿੰਦੂ ਬਾਣੀਏ ਨਹੀਂ ਹੁੰਦੇ, ਬਣੀਏ ਬੁਨੀਏ, ਇਹ ਇਸ ਤਰ੍ਹਾਂ ਦੇ ਕਿਰਦਾਰ ਉਹ ਬੜੇ ਕਰਦਾ ਰਿਹਾ ਤੇ ਬਹੁਤ ਮਸ਼ਹੂਰ ਹੋਇਆ। ਫਿਰ ਬਹਾਰੋ ਬੇਗਮ ਤਾਂ ਮਰ ਗਈ, ਤੇ ਜਿਸ ਵੇਲੇ ਉਹ ਬੰਦਾ ਇੱਕ ਦੱਸਦਾ ਕਿ ਨਿਆਜ਼ ਬੇਗ ਪਿੰਡ ਦੇ ਕੋਲੋਂ ਜਿਸ ਵੇਲੇ ਲੰਘੇ ਨਾ ਇੱਕ ਕਬਰ ਸੀ, ਉਹਦੇ ਚੋਂ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਸੀ। ਤੇ ਮੈਂ ਕਹਿੰਦਾ ਉੱਥੇ ਜਿਹੜਾ ਕਬਰਾਂ ਕੱਢਦਾ ਸੀ ਗੋਰਕਨ ਵਗੈਰਾ ਉਹਨੂੰ ਬੁਲਾਇਆ, ਉਹਨੂੰ ਪੁੱਛਿਆ ਕਿ ਯਾਰ ਇਹ ਕਿਹਦੀ ਕਬਰ ਆ? ਉਹਨੇ ਦੱਸਿਆ ਕਿ ਯਾਰ ਇਹ ਕੋਈ ਪਤਾ ਨਹੀਂ ਕਿਹਦੀ ਕਬਰ ਆ, ਸਾਡੇ ਕੋਲ ਤਾਂ ਲੋਕ ਕਬਰਾਂ ਕਢਾਉਂਦੇ ਨੇ, ਮੈਨੂੰ ਇੰਨਾ ਕੁ ਪਤਾ ਵੀ ਇਹ ਹੀਰਾ ਮੰਡੀ ਚ ਜਨਾਜ਼ਾ ਆਇਆ ਸੀ, ਮਈਅਤ ਜਿਹੜੀ ਸੀ ਇਹ ਹੀਰਾ ਮੰਡੀ ਲਾਹੌਰੋਂ ਆਈ ਸੀ। ਤੇ ਉਹ ਫਿਰ ਬੰਦੇ ਨੂੰ ਜਿਸ ਵੇਲੇ ਖੁਸ਼ਬੂਆਂ ਆਉਂਦੀਆਂ ਦੇਖ ਕੇ ਦਿਲਚਸਪੀ ਬਣ ਗਈ, ਉਹ ਫਿਰ ਪਿੰਡ ਦੇ ਵਿੱਚ ਜਾਂਦਾ। ਉਹ ਪਿੰਡ ਦੇ ਵਿੱਚ ਆ ਕੇ ਪੁੱਛਦਾ ਦੱਸਦਾ ਵੀ ਕਬਰ ਕਿਹਦੀ? ਉਹਨਾਂ ਨੇ ਦੱਸਿਆ ਵੀ ਇਹ ਬਹਾਰੋ ਮਸ਼ੀਨ ਦੀ ਆ, ਬਹਾਰੋ ਕੰਜਰੀ ਦੀ ਆ। ਉਹਨਾਂ ਨੇ ਫਿਰ ਪੁੱਛਿਆ ਵੀ ਉਹਦਾ ਕੀ ਐਸਾ ਵਾਕਿਆ ਸੀ ਜਿਹਦੀ ਵਜ੍ਹਾ ਨਾਲ ਇਹਦੀ ਕਬਰ ਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਨੇ? ਉਹਨਾਂ ਨੇ ਦੱਸਿਆ ਕਿ ਇਹ ਗਰੀਬਾਂ ਤੇ ਬੜਾ ਹੱਥ ਰੱਖਦੀ ਸੀ, ਜਿਹੜਾ ਬੰਦਾ ਮਾੜਾ ਸੀ ਲਿੱਸਾ ਸੀ ਉਹਦੀ ਮਦਦ ਕਰਦੀ ਸੀ। ਇਸ ਵਜ੍ਹਾ ਨਾਲ ਹੋ ਸਕਦਾ ਅੱਲਾਹ ਤਾਲਾ ਨੇ ਆਪਣੀ ਰਹਿਮਤ ਦੇ ਇਹਦੇ ਤੇ ਦਰਵਾਜ਼ੇ ਖੋਲ੍ਹਦੇ ਹੋਣ। ਤੇ ਫਿਰ ਉਹ ਜਿਸ ਵੇਲੇ ਪਿੰਡ 'ਚੋਂ ਵੀ ਗਵਾਹੀ ਮਿਲੀ, ਫਿਰ ਉਸ ਬੰਦੇ ਨੂੰ ਯਕੀਨ ਹੋਇਆ ਕਿ ਵਾਕਈ ਇਹ ਇਸ ਤਰ੍ਹਾਂ ਦੀ ਔਰਤ ਸੀ ਜਿਹਦੀ ਵਜ੍ਹਾ ਨਾਲ ਇਹ ਖੁਸ਼ਬੂਆਂ ਆਉਣੀਆਂ। ਲੇਕਿਨ ਉਸ ਵੇਲੇ ਉਹ ਧੰਦਾ ਉਹ ਨਹੀਂ ਸੀ ਹੁੰਦਾ ਜਿਹੜਾ ਅੱਜ ਕੱਲ੍ਹ ਹੁੰਦਾ। ਉਸ ਵੇਲੇ ਸਿਰਫ ਗਾਣ ਵਜਾਣ ਹੁੰਦਾ ਸੀ। ਤੇ ਅੱਲਾਹ ਤਾਲਾ ਨੇ ਦੇਖੋ ਤੁਸੀਂ ਉਹਦੇ ਤੇ ਕਿੰਨੀਆਂ ਰਹਿਮਤਾਂ ਕੀਤੀਆਂ, ਉਹਦੀ ਕਬਰ 'ਚੋਂ ਵੀ ਖੁਸ਼ਬੂਆਂ ਆਉਂਦੀਆਂ ਸੀ। ਇਹ ਅੱਲਾਹ ਦੀ ਰਹਿਮਤ ਆ। ਬਸ ਜਿਹੜਾ ਬੰਦਾ ਦੁਨੀਆ ਵਾਸਤੇ ਅੱਛੇ ਕੰਮ ਕਰਦਾ ਤੇ ਅੱਲਾਹ ਤਾਲਾ ਫਿਰ ਉਸ ਬੰਦੇ ਵਾਸਤੇ ਵੀ ਫਿਰ ਅੱਛੇ ਕੰਮ ਕਰਦਾ ਹੀ ਆ ਨਾ। ਉਹ ਲੋਕਾਂ ਗਰੀਬਾਂ ਦਾ ਖਿਆਲ ਕਰਦੀ ਸੀ ਤੇ ਅੱਲਾਹ ਤਾਲਾ ਨੇ ਉਹਨੂੰ ਰਹਿਮਤਾਂ ਦੇ ਨਾਲ ਨਵਾਜ਼ਿਆ, ਕਬਰ ਚੋਂ ਵੀ ਖੁਸ਼ਬੂਆਂ ਆਉਣ ਲੱਗ ਪਈਆਂ। ਤੇ ਇੱਕ ਬਹੁਤ ਵੱਡਾ ਸਬਕ ਆ। ਉਹ ਸਿੱਕੇਦਾਰ ਜਿਹੜਾ ਸੀ ਨਾ ਫਿਰ ਬਹੁਤ ਵੱਡਾ ਫਿਲਮਾਂ ਦਾ ਰਾਈਟਰ ਬਣ ਗਿਆ। ਤੇ ਇਹ ਦੇਖੋ ਤੁਸੀਂ ਅੱਲਾਹ ਤਾਲਾ ਦੀ ਰਹਿਮਤ ਆ ਉਹਦੇ ਤੇ ਅੱਲਾਹ ਤਾਲਾ ਉਹਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ। ਇਹ ਇੱਕ ਸਾਡੇ ਰਾਈਟਰ ਨੇ ਰਾਣਾ ਜ਼ਾਹਦ ਸਾਹਿਬ, ਉਹਨਾਂ ਨੇ ਇਹ ਵਾਕਿਆ ਸ਼ੇਅਰ ਕੀਤਾ। ਅੱਲਾਹ ਤਾਲਾ ਉਹਨਾਂ ਤੇ ਵੀ ਰਹਿਮਤ ਫਰਮਾਏ ਜੀ। ਇਹ ਵਾਕਿਆ ਬੜਾ ਸਬਕ ਮੋਜ਼ ਆ कि अल्लाह ताला कहता तू कर दुनिया वालों पे रहम, मैं तुम पर करूँगा। तो इस वास्ते तुसी अहले मखलूक अल्लाह की जिहड़ी आ उत्ते रहम करो, अल्लाह तुहाडे ते रहम करेगा। ते जिहड़ा माड़ा बंदा होवे उहदा ख्याल जरूर करना चाहिए। अल्लाह ताला अपने हिफ्ज़ो मान च रखे। अस्सलामु अलैकुम व रहमतुल्लाहि व बरकातुहू।